सत श्री अकाल प्यारे विद्यार्थियों, स्वागत है ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ। ਬੱਚਿਓ, ਅੱਜ ਤੁਹਾਨੂੰ ਸਾਹਿਤਮਾਲਾ ਦੀ ਪੁਸਤਕ ਦੇ ਵਿੱਚੋਂ ਪੀਲੂ ਜੀ ਦਾ ਲਿਖਿਆ ਹੋਇਆ ਇੱਕ ਕਿੱਸਾ ਪੜਾਵਾਂਗੇ ਜਿਸ ਦਾ ਨਾਮ ਹੈ ਮਿਰਜ਼ਾ ਸਾਹਿਬਾਂ। ਇਹ ਕਿੱਸਾ ਕਾਵਿ ਦੇ ਅਧੀਨ ਤੁਹਾਡੀ ਪੁਸਤਕ ਦੇ ਵਿੱਚ ਦਰਜ ਹੈ। ਪਿਆਰੇ ਬੱਚਿਓ, ਜਿਹੜਾ ਪਹਿਲੀ ਟਰਮ ਦਾ ਨਵੰਬਰ ਦਾ ਸਿਲੇਬਸ ਹੈ, ਜਿਹੜੇ ਤੁਹਾਡੇ ਫਾਈਨਲ ਪੇਪਰ ਹੋਣ ਜਾ ਰਹੇ ਹਨ ਪਹਿਲੇ ਟਰਮ ਦੇ, ਉਹਦੇ ਸਿਲੇਬਸ ਦੇ ਵਿੱਚ ਇਹ ਸ਼ਾਮਲ ਹੈ ਕਿੱਸਾ। ठीक है, ਤੁਹਾਨੂੰ ਸਾਹਿਤਮਾਲਾ ਦਾ ਜਿਹੜਾ ਕਵਿਤਾ ਵਾਲਾ ਭਾਗ ਹੈ ਉਹਦੇ ਵਿੱਚੋਂ 7 ਕੁਐਸਚਨ ਆਉਣਗੇ, ਚਾਹੇ MCQ ਹੀ ਆਉਣਗੇ, ਪਰੰਤੂ ਜਿੰਨੀ ਡੂੰਘਾਈ ਨਾਲ ਤੁਸੀਂ ਇਸ ਚੀਜ਼ ਨੂੰ ਪੜੋਗੇ ਉਨੇ ਹੀ ਤੁਹਾਡੇ ਕੁਐਸਚਨ ਸਹੀ ਹੋਣ ਦੇ ਚਾਂਸਸ ਵੱਧ ਜਾਣਗੇ। ਠੀਕ ਹੈ, ਇਸ ਲਈ ਜਿਹੜਾ ਕਿੱਸਾ ਹੈਗਾ ਇਸ ਨੂੰ ਅੱਛੀ ਤਰ੍ਹਾਂ ਡੂੰਘਾਈ ਦੇ ਨਾਲ ਪੜ੍ਹਨਾ ਹੈ, ਧਿਆਨ ਨਾਲ ਪੜ੍ਹਨਾ ਹੈ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿੱਸਾਕਾਰ ਬਾਰੇ ਥੋੜੀ ਸੰਖੇਪ ਜਾਣਕਾਰੀ। ਬੱਚਿਓ, ਹਰ ਇੱਕ ਕਵਿਤਾ ਦੇ ਤੁਹਾਨੂੰ ਕਵੀ ਦਾ ਨਾਮ ਜਿਹੜਾ ਹੈਗਾ ਜ਼ਰੂਰ ਯਾਦ ਹੋਣਾ ਚਾਹੀਦਾ ਹੈ, ਕਿਉਂਕਿ ਬਹੁਤ ਚਾਂਸਿਸ ਹੈ ਕਿ ਜਿਹੜੀਆਂ ਕਵਿਤਾਵਾਂ ਨੇ ਉਹਨਾਂ ਦੇ ਕਵੀ ਦਾ ਨਾਮ ਤੁਹਾਡੇ ਤੋਂ ਜ਼ਰੂਰ ਪੁੱਛਿਆ ਜਾਏਗਾ, ਜਾਂ ਫਿਰ ਕਵੀ ਦਾ ਨਾਮ ਦੇ ਦਿੱਤਾ ਜਾਵੇਗਾ ਤੇ ਹੇਠਾਂ ਜਿਹੜੀਆਂ ਹੈਗੀਆਂ ਕਵਿਤਾਵਾਂ ਨੇ ਉਹ ਆਪਸ਼ਨ ਦੇ ਰੂਪ ਦੇ ਵਿੱਚ ਤੁਹਾਨੂੰ ਦਿੱਤੀਆਂ ਹੋਣਗੀਆਂ। ਪੀਲੂ ਹੈ ਜਿਹੜਾ ਇਹ ਬਹੁਤ ਮਸ਼ਹੂਰ ਕਿੱਸਾਕਾਰ ਹੋਇਆ ਹੈ ਪੰਜਾਬੀ ਸਾਹਿਤ ਦੇ ਵਿੱਚ, ਅਤੇ ਮਿਰਜ਼ਾ ਸਾਹਿਬਾਂ ਦਾ ਕਿੱਸਾ ਜਿਹੜਾ ਇਹਨੇ ਲਿਖਿਆ ਹੈ ਇਹ ਮਿਰਜ਼ਾ ਸਾਹਿਬਾਂ ਦੇ ਕਿੱਸੇ ਕਰਕੇ ਹੀ ਵਿਸ਼ੇਸ਼ ਤੌਰ ਤੇ ਪ੍ਰਸਿੱਧ ਹੈ। ਇਹਦਾ ਜਿਹੜਾ ਜਨਮ ਸੀਗਾ ਪਿੰਡ ਵੈਰੋਵਾਲ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਜਿਹੜਾ ਇਹ ਜ਼ਿਮੀਂਦਾਰ ਸੀਗਾ, ਉਸ ਦੀ ਰਚਨਾ ਮਿਰਜ਼ਾ ਸਾਹਿਬਾਂ ਬਹੁਤ ਮਸ਼ਹੂਰ ਹੈ। ਠੀਕ ਹੈ, ਹੁਣ ਇਸ ਦੀ ਜਿਹੜੀ ਹੈਗੀ ਹੈ ਕਿੱਸਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਬੱਚੋ, ਇੱਕ ਗੱਲ ਸੁਣ ਲਓ, ਜਿਹੜਾ ਵੀ ਕੋਈ ਔਖਾ ਸ਼ਬਦ ਆਵੇਗਾ ਤੁਸੀਂ ਉਸ ਦੇ ਅਰਥ ਹੈ ਜਿਹੜੇ ਉਹ ਆਪਣੀ ਕਿਤਾਬ ਦੇ ਨਾਲੋਂ ਨਾਲ ਪੈਨਸਲ ਦੇ ਨਾਲ ਲਿਖੀ ਜਾਣੇ, ਫਿਰ ਤੁਹਾਨੂੰ ਬੈਟਰ ਸਮਝ ਆਵੇਗਾ। ਘਰ ਖੀਵੇ ਦੇ ਸਾਹਿਬਾਂ ਜੰਮੀ ਮੰਗਲਵਾਰ, ਡੋਮ ਸੋਹਿਲੇ ਗਾਵੰਦੇ ਖਾਨ ਖੀਵੇ ਦੇ ਬਾਰ, ਰੱਜ ਦੁਆਈ ਦਿੱਤੀਆਂ ਸੋਹਾਣੇ ਪਰਿਵਾਰ, ਰਲ ਤਦਬੀਰਾਂ ਬਣਦੀਆਂ ਛੈਲ ਹੋਈ ਮੁਟਿਆਰ। ਬੱਚੋ, ਜਿਹੜਾ ਕਵੀ ਹੈ ਪੀਲੂ ਉਹ ਸਾਨੂੰ ਦੱਸ ਰਿਹਾ ਹੈ ਕਿ ਜਿਹੜੀ ਸਾਹਿਬਾ ਹੈ ਉਹ ਖੀਵੇ ਦੇ ਘਰ ਉਹਦਾ ਜਨਮ ਹੋਇਆ ਸੀ ਮੰਗਲਵਾਰ ਵਾਲੇ ਦਿਨ। ਡੂਮ ਹੁੰਦੇ ਨੇ ਬੱਚੋ ਮਰਾਸੀ। ਠੀਕ ਹੈ, ਸੋਹਿਲੇ ਹੁੰਦੇ ਨੇ ਖੁਸ਼ੀ ਦੇ ਗੀਤ। ਜਦੋਂ ਉਸਦਾ ਜਨਮ ਹੋਇਆ ਤਾਂ ਖਾਨ ਖੀਵੇ ਦੇ ਦਰਵਾਜ਼ੇ ਦੇ ਵਿੱਚ ਆ ਕੇ ਮਰਾਸੀਆਂ ਨੇ ਖੁਸ਼ੀ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਰੱਜ ਦੁਆਈ ਦਿੱਤੀਆਂ ਸੋਹਾਣੇ ਪਰਿਵਾਰ, ਸੋਹਾਣੇ ਦਾ ਅਰਥ ਹੁੰਦਾ ਵਧੇ ਫੁੱਲੇ ਜਾਂ ਤਰੱਕੀ ਕਰੇ, ਤਾਂ ਉਹਨਾਂ ਨੇ ਪਰਿਵਾਰ ਨੂੰ ਵਧਣ ਫੁੱਲਣ ਦੀਆਂ ਜਿਹੜੀਆਂ ਸੀਗੀਆਂ ਦੁਆਵਾਂ ਦਿੱਤੀਆਂ। ਜਦੋਂ ਸਾਹਿਬਾ ਮੁਟਿਆਰ ਹੋ ਗਈ ਤਾਂ ਉਸਦੇ ਵਿਆਹ ਦੀਆਂ ਉਸਦੇ ਪਰਿਵਾਰ ਵਾਲੇ ਸਕੀਮਾਂ ਘੜਨ ਲੱਗੇ। ਤਦਬੀਰਾਂ ਦਾ ਅਰਥ ਹੈ ਸਕੀਮਾਂ। ਸਾਹਿਬਾਂ ਨਾਲ ਸਹੇਲੀਆਂ ਕੂੜੀ ਰਿਆਕਾਰ, ਘਰ ਬਿੰਜਲ ਦੇ ਮਿਰਜ਼ਾ ਜੰਮਿਆ ਕਰੜੇ ਵਾਰ, ਜਨਮ ਦਿੱਤੋ ਮਾਈ ਬਾਪ ਨੇ ਰੂਪ ਦਿੱਤਾ ਕਰਤਾਰ, ਐਸਾ ਮਿਰਜ਼ਾ ਸੂਰਮਾ ਖਰਲਾਂ ਦਾ ਸਰਦਾਰ। ਸਾਹਿਬਾਂ ਜਿਹੜੀ ਸੀਗੀ ਉਹ ਆਪਣੀਆਂ ਸਹੇਲੀਆਂ ਨਾਲ ਬਹੁਤ ਸਾਰੇ ਝੂਠ ਬੋਲਦੀ ਸੀ। ਕੂੜੀ ਦਾ ਅਰਥ ਹੈ ਝੂਠ ਬੋਲਣ ਵਾਲੀ, ਰਿਆਕਾਰ ਦਾ ਅਰਥ ਹੈ ਧੋਖੇਬਾਜ਼ ਤੇ ਮਕਾਰ। ਉਹ ਬਹੁਤ ਧੋਖੇਬਾਜ਼ ਤੇ ਝੂਠ ਬੋਲਣ ਵਾਲੀ ਕੁੜੀ ਸੀ। ਉਧਰ ਬਿੰਜਲ ਦੇ ਘਰ ਮਿਰਜ਼ੇ ਦਾ ਜਨਮ ਹੋਇਆ। ਕਰੜੇ ਵਾਰ, ਜਿਹੜਾ ਵਾਰ ਹੈ ਬੱਚੋ ਇਹ ਇੱਕ ਇਲਾਕਾ ਹੈ ਜਿਹੜਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਉੱਥੇ ਮਿਰਜ਼ੇ ਦਾ ਜਨਮ ਹੋਇਆ ਸੀ। ਮਿਰਜ਼ੇ ਨੂੰ ਜਿਹੜਾ ਸੀਗਾ ਜਨਮ ਤਾਂ ਭਾਵੇਂ ਉਸਦੇ ਮਾਂ-ਬਾਪ ਨੇ ਦਿੱਤਾ ਸੀ, ਪਰੰਤੂ ਉਸਨੂੰ ਸੋਹਣਾ ਰੰਗ ਰੂਪ ਰੱਬ ਨੇ ਦਿੱਤਾ ਸੀ। ਕਰਤਾਰ ਦਾ ਅਰਥ ਹੈ ਰੱਬ। ਉਹ ਇੱਕ ਐਸਾ ਸੂਰਮਾ ਵਿਅਕਤੀ ਸੀ ਅਤੇ ਖਰਲਾਂ ਦਾ ਸਰਦਾਰ ਸੀ। ਖਰਲ ਉਹਨਾਂ ਦੇ ਖਾਨਦਾਨ ਦਾ ਨਾਮ ਹੈ। ਸਾਹਿਬਾਂ ਪੜੇ ਪੱਟੀਆਂ, ਮਿਰਜ਼ਾ ਪੜੇ ਕੁਰਾਨ, ਵਿੱਚ ਮਸੀਤ ਦੇ ਲੱਗੀਆਂ ਜਾਣੇ ਕੁੱਲ ਜਹਾਨ। ਸਾਹਿਬਾਂ ਜਿਹੜੀ ਸੀਗੀ ਉਹ ਪੱਟੀਆਂ ਪੜ੍ਹਦੀ ਸੀ। ਪੱਟੀ ਬੱਚੋ ਇੱਕ ਫੱਟੀ ਟਾਈਪ ਇੱਕ ਜਿਹੜੀ ਹੁੰਦੀ ਹੈ ਤਖਤੀ ਹੁੰਦੀ ਹੈ ਜਿਸ ਦੇ ਉੱਪਰ ਲਿਖਿਆ ਜਾਂਦਾ ਹੈ ਅੱਖਰ। ਜਦੋਂ ਬੱਚਾ ਮੁੱਢਲੇ ਅੱਖਰ ਸਿੱਖਦਾ ਹੈ ਤਾਂ ਉਹਦੇ ਉੱਪਰ ਅੱਖਰਾਂ ਨੂੰ ਲਿਖਿਆ ਜਾਂਦਾ ਹੈ। ਸਾਹਿਬਾਂ ਜਿਹੜੀ ਸੀਗੀ ਉਹ ਪੱਟੀਆਂ ਪੜ੍ਹਦੀ ਸੀ ਤੇ ਮਿਰਜ਼ਾ ਕੁਰਾਨ ਜਿਹੜਾ ਹੈਗਾ, ਕੁਰਾਨ ਸ਼ਰੀਫ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਹੈ। ਠੀਕ ਹੈ, ਇਸਲਾਮ ਧਰਮ ਦਾ। ਤਾਂ ਮਿਰਜ਼ਾ ਕੁਰਾਨ ਪੜ੍ਹਦਾ ਸੀ ਤਾਂ ਉਹਨਾਂ ਦੀ ਜਿਹੜੀ ਦੋਸਤੀ ਸੀਗੀ ਉਹ ਮਸੀਤ ਦੇ ਵਿੱਚ ਹੀ ਹੋ ਗਈ ਸੀਗੀ ਆਪਸ ਦੇ ਵਿੱਚ। ਇਸ ਗੱਲ ਨੂੰ ਸਾਰੀ ਦੁਨੀਆ ਜਾਣਦੀ ਹੈ। ਨਾ ਮਾਰ ਕਾਜ਼ੀ ਚਮਕਾ, ਨਾ ਦੇ ਤੱਤੀ ਨੂੰ ਤਾਏ, ਪੜ੍ਹਨਾ ਸਾਡਾ ਰਹਿ ਗਿਆ ਲੈ ਆਏ ਇਸ਼ਕ ਲਿਖਾਏ। ਕਾਜ਼ੀ ਜਿਹੜਾ ਸੀਗਾ ਮਸੀਤ ਦਾ ਕਾਜ਼ੀ ਜਿਹੜਾ ਕਿ ਉਹਨਾਂ ਨੂੰ ਪੜ੍ਹਾਉਂਦਾ ਸੀ, ਤਾਂ ਉਹ ਜਦੋਂ ਕੋਈ ਗਲਤੀ ਕਰਦੇ ਸੀ ਤਾਂ ਉਹ ਉਹਨਾਂ ਨੂੰ ਮਤਲਬ ਕੁੱਟਦਾ ਸੀ। ਛਮਕ ਹੁੰਦੀ ਹੈ ਪਤਲੀ ਸੋਟੀ। ਠੀਕ ਹੈ, ਜਿਹੜਾ ਕਾਜ਼ੀ ਸੀਗਾ ਉਹਨਾਂ ਨੂੰ ਪਤਲੀ ਸੋਟੀ ਦੇ ਨਾਲ ਮਾਰਦਾ ਸੀ। ਤਾਂ ਉਹ ਕੀ ਕਹਿ ਰਿਹਾ ਹੈ ਕਿ ਹੇ ਕਾਜੀ, ਸਾਨੂੰ ਪਤਲੀ ਸੋਟੀ ਦੇ ਨਾਲ ਤੂੰ ਨਾ ਕੁੱਟ ਜਾਂ ਮਾਰ, ਸਾਡੀ ਦੇਹ ਹੈ ਜਿਹੜੀ ਉਹ ਪਹਿਲਾਂ ਹੀ ਦੁਖੀ ਹੈ, ਤੂੰ ਸਾਨੂੰ ਹੋਰ ਦੁਖੀ ਨਾ ਕਰ। ਸਾਡਾ ਜਿਹੜਾ ਪੜ੍ਹਨਾ ਹੈ ਉਹ ਵਿੱਚ ਹੀ ਰਹਿ ਗਿਆ ਹੈ, ਕਿਉਂਕਿ ਅਸੀਂ ਆਪਣੀ ਕਿਸਮਤ ਦੇ ਵਿੱਚ ਇਸ਼ਕ ਲਿਖਾ ਕੇ ਲੈ ਕੇ ਆਏ ਹਾਂ। ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੀ ਹੱਟ, ਫੜ ਨਾ ਜਾਣੇ ਤੱਕੜੀ, ਹਾੜ ਨਾ ਜਾਣੇ ਵੱਟ, ਤੇਲ ਭੁਲਾਵੇ ਭੁਲਾ ਬਾਣੀਆਂ, ਦਿੱਤਾ ਸ਼ਹਿਦ ਉਲਟ, ਵਣਜ ਗਵਾਲੇ ਬਾਣੀਆਂ, ਬਲਦ ਗਵਾਲੇ ਜੱਟ।
ਤਿੰਨ ਸੈ ਨਾਂਗਾ ਪਿੜ ਰਿਹਾ ਹੋ ਗਏ ਚੌੜ ਚਪੱਟ, ਮਿਰਜ਼ਾ ਸਾਹਿਬਾਂ ਦੀ ਦੋਸਤੀ ਰਹੋ ਵਿੱਚ ਜਗਤ। ਠੀਕ ਹੈ, ਇਹ ਵਾਲੇ ਪੈਰੇ ਦੀ ਵਿਆਖਿਆ ਕਰਦੇ ਹਾਂ। ਸਾਹਿਬਾਂ ਜਿਹੜੀ ਸੀਗੀ ਇੱਕ ਵਾਰ ਪੰਸਾਰੀ ਦੀ ਦੁਕਾਨ ਤੇ ਤੇਲ ਲੈਣ ਦੇ ਲਈ ਗਈ ਤਾਂ ਉਹਦੀ ਸੁੰਦਰਤਾ ਨੂੰ ਦੇਖ ਕੇ ਜਿਹੜਾ ਦੁਕਾਨਦਾਰ ਸੀਗਾ ਉਹ ਆਪਣੇ ਹੋਸ਼ ਭੁਲਾ ਬੈਠਾ, ਉਸਨੂੰ ਤੱਕੜੀ ਫੜਨੀ ਭੁੱਲ ਗਈ। ਹਾੜ ਹੁੰਦਾ ਬੱਚੋ, ਤੱਕੜੀ ਦੇ ਵਿੱਚ ਧੜਾ ਕਰਨ ਲਈ ਜਦੋਂ ਵੱਟੇ ਪਾਏ ਜਾਂਦੇ ਨੇ ਤਾਂ ਉਸਨੂੰ ਕਿਹਾ ਜਾਂਦਾ ਹੈ ਵੀ ਉਹ ਹਾੜ ਕਰਦਾ। ਠੀਕ ਹੈ, ਉਹ ਵੱਟੇ ਜਿਹੜੇ ਸੀਗੇ ਫੜਨੇ ਭੁੱਲ ਗਿਆ, ਤੱਕੜੀ ਵੱਟੇ ਨੂੰ ਵਰਤਣਾ ਹੀ ਭੁੱਲ ਗਿਆ। ਤੇਲ ਭੁਲਾਵੇ ਉਸਨੇ ਤੇਲ ਦੇ ਭੁਲੇਖੇ ਜਿਹੜਾ ਸ਼ਹਿਦ ਸੀਗਾ ਉਹ ਸਾਹਿਬਾਂ ਦੇ ਬਰਤਨ ਦੇ ਵਿੱਚ ਉਲਟ ਦਿੱਤਾ। ਸਾਹਿਬਾਂ ਦੀ ਸੁੰਦਰਤਾ ਇੰਨੀ ਜ਼ਿਆਦਾ ਸੀ ਕਿ ਉਸਨੂੰ ਦੇਖ ਕੇ ਜਿਹੜੇ ਬਾਣੀਏ ਸੀਗੇ ਉਹਨਾਂ ਨੇ ਆਪਣੇ ਵਪਾਰ ਤਬਾਹ ਕਰ ਲਏ। ਵਣਜ ਹੁੰਦਾ ਹੈ ਵਪਾਰ, ਠੀਕ ਹੈ। ਅਤੇ ਜਿਹੜੇ ਜੱਟ ਸੀਗੇ ਖੇਤੀ ਕਰਨ ਵਾਲੇ ਉਹਨਾਂ ਨੇ ਆਪਣੇ ਬਲਦ ਹੀ ਗਵਾ ਲਏ। ਓਕੇ, ਤਿੰਨ ਸੈ ਨਾਂਗਾ ਪੀੜ ਰਿਹਾ। ਠੀਕ ਹੈ, ਨਾਂਗਾ ਹੁੰਦਾ ਹੈ ਬੱਚੋ, ਨਾਂਗੇ ਸਾਧੂ ਹੁੰਦੇ ਨੇ ਜਿਹੜੇ ਕਿ ਬ੍ਰਹਮਚਾਰੀ ਹੁੰਦੇ ਆ, ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਜਿਹੜੇ ਹੈਗੇ ਦੁਨੀਆਦਾਰੀ ਤੋਂ ਦੂਰ ਰਹਿੰਦੇ ਆ, ਅਸੀਂ ਇਸਤਰੀਆਂ ਤੋਂ ਦੂਰ ਰਹਿੰਦੇ ਆ, ਉਹ ਬ੍ਰਹਮਚਾਰੀਆਂ ਦਾ ਜੀਵਨ ਬਤੀਤ ਕਰਦੇ ਆ। ਪਰੰਤੂ ਜਦੋਂ ਉਹਨਾਂ ਨੇ ਸਾਹਿਬਾਂ ਦੀ ਸੁੰਦਰਤਾ ਨੂੰ ਦੇਖਿਆ ਤਾਂ ਉਹ 300 ਉਹਨਾਂ ਦੀ ਗਿਣਤੀ ਸੀ, 300 ਸਾਧੂ ਜਿਹੜੇ ਸੀਗੇ ਆਪਣੇ ਆਪ ਨੂੰ ਜਤੀ ਸਤੀ ਕਹਾਉਂਦੇ ਸੀ, ਉਹ ਉੱਥੇ ਹੀ ਖੜੇ ਰਹਿ ਗਏ, ਸਾਹਿਬਾਂ ਨੂੰ ਦੇਖਦੇ ਹੀ ਰਹਿ ਗਏ, ਉਹ ਇੰਨੀ ਸੁੰਦਰ ਸੀ। ਮਿਰਜ਼ਾ ਸਾਹਿਬਾਂ ਦੀ ਦੋਸਤੀ ਹੈ ਜਿਹੜੀ ਉਹ ਜਗਤ ਦੇ ਵਿੱਚ ਹਮੇਸ਼ਾ ਯਾਦ ਕੀਤੀ ਜਾਂਦੀ ਰਹੇਗੀ। ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ, ਗਜ਼ਗਜ਼ ਲੰਮੀਆਂ ਮਹਿੰਡੀਆਂ ਰੰਗ ਜੋ ਗੋਰੇ ਸੀ, ਜੇ ਦੇਵੇ ਪਿਆਲਾ ਜ਼ਹਿਰ ਦਾ ਮੈਂ ਮਿਰਜ਼ਾ ਲੈਂਦਾ ਪੀ, ਜੇ ਮਾਰੇ ਬਰਛੀ ਕੱਸ ਕੇ ਮਿਰਜ਼ਾ ਕਦੀ ਨਾ ਕਰਦਾ ਸੀ, ਆਪਣੀ ਮੌਤੇ ਮੈਂ ਮਰਾਂ ਮੇਰੇ ਨਾਲ ਤੁਹਾਨੂੰ ਕੀ। ਜਿਹੜੀ ਸਾਹਿਬਾਂ ਸੀਗੀ ਉਹ ਬਹੁਤ ਸੁੰਦਰ ਸੀ, ਉਹ ਇੰਨੀ ਸੁੰਦਰ ਸੀ ਕਿ ਕਲੇਜਾ ਕੱਢ ਕੇ ਲੈ ਜਾਂਦੀ ਸੀ ਹਰ ਇੱਕ ਦਾ। ਉਸਦੇ ਵਾਲ ਜਿਹੜੇ ਸੀਗੇ ਗਜ-ਗਜ ਲੰਬੇ ਸੀ, ਮਹਿੰਡੀਆਂ ਹੁੰਦੀਆਂ ਵਾਲਾਂ ਦੀਆਂ ਗੁੱਤਾਂ, ਉਸਦਾ ਰੰਗ ਗੋਰਾ ਸੀ। ਮਿਰਜ਼ਾ ਕਹਿੰਦਾ ਹੈ ਕਿ ਮੈਨੂੰ ਸਾਹਿਬਾਂ ਦੇ ਨਾਲ ਇਸ਼ਕ ਹੈ, ਜੇਕਰ ਮੈਨੂੰ ਸਾਹਿਬਾਂ ਜ਼ਹਿਰ ਦਾ ਪਿਆਲਾ ਵੀ ਭਰ ਕੇ ਦੇ ਦੇਵੇ ਤਾਂ ਮੈਂ ਪੀ ਲਵਾਂਗਾ, ਤੇ ਜੇਕਰ ਮੇਰੇ ਉਹ ਬਰਛੀ ਮਾਰੇ ਤਾਂ ਵੀ ਮੈਨੂੰ ਭੋਰਾ ਵੀ ਪੀੜ ਨਹੀਂ ਹੋਵੇਗੀ। ਮੈਂ ਆਪਣੀ ਮੌਤੇ ਮਰਨਾ ਚਾਹੁੰਦਾ ਹਾਂ, ਮੇਰੇ ਨਾਲ ਤੁਹਾਨੂੰ ਕੀ ਮਤਲਬ ਹੈ। ਚੜ੍ਹਦੇ ਮਿਰਜ਼ੇ ਖਾਨ ਨੂੰ ਮਾਂ ਮੱਤ ਦੇਂਦੀ ਖਲੀ, ਸੱਪਾਂ ਸ਼ੇਰਾਂ ਦੀ ਦੋਸਤੀ ਨਾ ਕਰ ਭਾਈ ਅੜੀ, ਤਪੀ ਕੜਾਹੀ ਤੇਲ ਦੀ ਸਿਰ ਪਰ ਲਾਟ ਜਲੀ, ਮੂਸਾ ਭੱਜਾ ਮੌਤ ਤੋਂ ਉਹਦੇ ਅੱਗੇ ਮੌਤ ਖਲੀ। ਠੀਕ ਹੈ, ਜਦੋਂ ਬੱਚੋ ਜਿਹੜਾ ਹੈਗਾ ਸਾਹਿਬਾਂ ਦਾ ਵਿਆਹ ਧਰਿਆ ਜਾਂਦਾ ਹੈ ਤਾਂ ਮਿਰਜ਼ੇ ਨੂੰ ਉਧਰ ਕੋਈ ਜਾ ਕੇ ਖਬਰ ਦੇ ਦਿੰਦਾ ਹੈ ਕਿ ਜਿਹੜੀ ਸਾਹਿਬਾਂ ਹੈ ਉਹ ਵਿਆਹੀ ਜਾ ਰਹੀ ਹੈ, ਤਾਂ ਮਿਰਜ਼ਾ ਉਸੇ ਵਕਤ ਜਿਹੜਾ ਹੈਗਾ ਜਾਣ ਦੀ ਤਿਆਰੀ ਕਰ ਲੈਂਦਾ ਹੈ, ਤੇ ਉਹਦੀ ਮਾਂ ਉਸਨੂੰ ਖੜ ਕੇ ਅਕਲ ਦਿੰਦੀ ਹੋਈ ਕਹਿੰਦੀ ਹੈ ਕਿ ਸੱਪਾਂ ਸ਼ੇਰਾਂ ਦੀ ਦੋਸਤੀ ਕਦੇ ਵੀ ਨਿਭਦੀ ਨਹੀਂ ਹੁੰਦੀ, ਇਸ ਕਰਕੇ ਤੂੰ ਜਿੱਦ ਨਾ ਕਰ। ਅੜੀ ਦਾ ਅਰਥ ਹੈ ਜਿੱਦ, ਇਸ ਲਈ ਤੈਨੂੰ ਜਿੱਦ ਨਹੀਂ ਕਰਨੀ ਚਾਹੀਦੀ। ਇਹ ਇਸ ਤਰ੍ਹਾਂ ਹੈ ਜਿਵੇਂ ਤੇਰੇ ਸਿਰ ਦੇ ਉੱਪਰ ਤਪੀ ਹੋਵੇ ਕੜਾਹੀ ਤੇਲ ਦੀ, ਜਿਹੜੀ ਸਿਰ ਪਰ ਲਾਟ ਜਲੀ, ਤੇ ਇੰਜ ਤੂੰ ਇੰਨੇ ਖਤਰੇ ਦੇ ਵਿੱਚ ਜਾ ਰਿਹਾ ਹੈ ਜਿਸ ਤਰ੍ਹਾਂ ਤੇਰੇ ਸਿਰ ਦੇ ਉੱਪਰ ਅੱਗ ਜਲ ਰਹੀ ਹੋਵੇ। ਮੂਸਾ ਭੱਜਿਆ ਮੌਤ ਤੋਂ, ਉਹਦੇ ਅੱਗੇ ਮੌਤ ਖਲੀ। ਜਿਸ ਤਰ੍ਹਾਂ ਚੂਹਾ ਜਿਹੜਾ, ਮੂਸਾ ਹੁੰਦਾ ਚੂਹਾ, ਠੀਕ ਹੈ, ਚੂਹਾ ਜਿਹੜਾ ਉਹ ਬਿੱਲੀ ਤੋਂ ਆਪਣੀ ਜਾਨ ਬਚਾ ਕੇ ਭੱਜਦਾ ਹੈ ਪਰ ਅੱਗੇ ਜਾ ਕੇ ਪਿੰਜਰੇ ਦੇ ਵਿੱਚ ਫਸ ਜਾਂਦਾ ਹੈ, ਬਿਲਕੁਲ ਤੇਰੇ ਨਾਲ ਉਹੀ ਹਾਲਤ ਹੋਵੇਗੀ, ਇਸ ਲਈ ਤੂੰ ਅੱਜ ਰੁਕ ਜਾ। ਪਰਬਤ ਵੜਦਿਆਂ ਟੱਕਰੇ ਲੰਘਣ ਕਿਹੜੀ ਗਲੀ, ਰੋਂਦੀ ਬੀਬੀ ਫਾਤਮਾ ਕਰਕੇ ਬਾਂਹ ਖਲੀ, ਮੈਂ ਕੀ ਰੱਬਾ ਤੇਰਾ ਫੇੜਿਆ ਮੇਰੀ ਜੋੜੀ ਖਾਕ ਰਲੀ, ਅੱਜ ਦਾ ਵਾਰ ਬਚਾ ਲੈ ਭਲਕੇ ਸਿਆਲੀ ਜਾ ਵੜੀ। ਤਾਂ ਉਸਦੀ ਮਾਂ ਉਸਨੂੰ ਸਮਝਾਉਂਦੀ ਹੋਈ ਕਹਿੰਦੀ ਹੈ ਕਿ ਹੇ ਮਿਰਜ਼ਾ, ਜਿਹੜਾ ਇਸ਼ਕ ਹੈ ਉਸਨੂੰ ਸਾਡਾ ਸਮਾਜ ਪ੍ਰਵਾਨ ਨਹੀਂ ਕਰਦਾ, ਸਮਾਜ ਉਸਨੂੰ ਸਾਰੇ ਪਾਸਿਆਂ ਤੋਂ ਘੇਰ ਲੈਂਦਾ ਹੈ, ਕਿਸੇ ਵੀ ਪਾਸੇ ਲੰਘਣ ਨਹੀਂ ਦਿੰਦਾ। ਉਹ ਇਸ ਤਰ੍ਹਾਂ ਬਾਹਾਂ ਖੜੀਆਂ ਕਰਕੇ ਰੋ ਰਹੀ ਸੀ ਜਿਸ ਤਰ੍ਹਾਂ ਬੀਬੀ ਫਾਤਮਾ ਆਪਣੇ ਦੋਨਾਂ ਪੁੱਤਰਾਂ ਦੇ ਸ਼ਹੀਦ ਹੋਣ ਤੇ ਰੋਂਦੀ ਸੀ। ਬੱਚੋ ਜਿਹੜੀ ਬੀਬੀ ਫਾਤਮਾ ਹੈ ਨਾ, ਇਹ ਜਿਹੜਾ ਹੈਗਾ ਇਸਲਾਮ ਧਰਮ ਦੇ ਵਿੱਚ ਇਹਨਾਂ ਦਾ ਨਾਂ ਆਉਂਦਾ ਹੈ। ਤਾਂ ਇਹਨਾਂ ਦੇ ਜਿਹੜੇ ਦੋਨੇ ਪੁੱਤਰ ਸੀਗੇ ਹਸਨ ਤੇ ਹੁਸੈਨ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਜਾਂ ਮਾਰ ਦਿੱਤਾ ਗਿਆ ਸੀ। ਤਾਂ ਉਹਨਾਂ ਦੇ ਵਿਛੋੜੇ ਦੇ ਵਿੱਚ ਉਹ ਬਾਹਾਂ ਖੜੀਆਂ ਕਰਕੇ ਉਦੋਂ ਕੁਰਲਾ ਰਹੀ ਸੀ। ਤਾਂ ਜਿਹੜਾ ਕਵੀ ਹੈ ਪੀਲੂ, ਉਹ ਮਿਰਜ਼ੇ ਦੀ ਮਾਂ ਦੀ ਤੁਲਨਾ ਬੀਬੀ ਫਾਤਮਾ ਨਾਲ ਕਰਦਾ ਹੈ। ਠੀਕ ਹੈ, ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ ਹੈਗਾ ਵੀ ਮਿਰਜ਼ੇ ਦੀ ਮਾਂ ਦਾ ਨਾਮ ਹੈ ਜਿਹੜਾ ਉਹ ਬੀਬੀ ਫਾਤਮਾ ਹੈ, ਉਸਦੀ ਮਾਂ ਦੀ ਸਿਰਫ ਤੁਲਨਾ ਕੀਤੀ ਗਈ ਹੈ ਬੀਬੀ ਫਾਤਮਾ ਦੇ ਨਾਲ। ਇਹ ਇਸਲਾਮ ਧਰਮ ਦੇ ਵਿੱਚ ਇੱਕ ਔਰਤ ਦਾ ਨਾਮ ਹੈਗਾ। ਜਿਹੜੇ ਉਸਦੇ ਹਸਨ ਤੇ ਹੁਸੈਨ ਦੋ ਪੁੱਤਰ ਸੀ ਉਹ ਮਾਰ ਦਿੱਤੇ ਗਏ ਸੀ, ਤੇ ਉਹ ਰੱਬ ਨੂੰ ਉਲਾਂਭਾ ਦਿੰਦੀ ਹੋਈ ਕਹਿੰਦੀ ਹੈ ਕਿ ਰੱਬਾ ਮੈਂ ਤੇਰਾ ਕੀ ਵਿਗਾੜਿਆ ਸੀ, ਤੂੰ ਮੇਰੀ ਜਿਹੜੀ ਪੁੱਤਰਾਂ ਦੀ ਜੋੜੀ ਹੈ ਉਸਨੂੰ ਖਾਕ ਦੇ ਵਿੱਚ ਰਲਾ ਦਿੱਤਾ ਜਾਂ ਮਿੱਟੀ ਦੇ ਵਿੱਚ ਮਿਲਾ ਦਿੱਤਾ। ਤਾਂ ਦੁਬਾਰਾ ਜਿਹੜੀ ਮਿਰਜ਼ੇ ਦੀ ਮਾਂ ਉਸਨੂੰ ਕਹਿੰਦੀ ਹੈ ਕਿ ਤੂੰ ਅੱਜ ਦਾ ਵਾਰ ਬਚਾ ਲੈ, ਸਿਰਫ ਅੱਜ ਰਹਿਣ ਦੇ, ਕੱਲ ਨੂੰ ਚਾਹੇ ਤੂੰ ਸਿਆਲਣੀ ਚਲਾ ਜਾਈਂ।
ਸਿਆਲੀ ਭਾਵ ਸਾਹਿਬਾਂ ਦੇ ਘਰ। ਬੂਹੇ ਟਮਕ ਵੱਜਿਆ ਸਾਹਿਬਾਂ ਕੱਤੇ ਤੇਲ, ਅੰਦਰ ਬੈਠੇ ਨਾਨਕੇ ਬੂਹੇ ਬੈਠਾ ਮੇਲ। ਥਾਲੀ ਵਟਣਾ ਰਹਿ ਗਿਆ ਕੁੱਪੇ ਅਦਰ ਫੁਲੇਲ, ਗਹਿਣੇ ਸਣੇ ਪਟਾਰੀਆਂ ਝਾਂਜਰ ਸਣੇ ਹਮੇਲ। ਜਦੋਂ ਸਾਹਿਬਾਂ ਦਾ ਵਿਆਹ ਧਰਿਆ ਹੋਇਆ ਸੀ ਤਾਂ ਉਹਦੇ ਬੂਹੇ ਦੇ ਉੱਪਰ ਢੋਲ ਨਗਾਰੇ ਵੱਜ ਰਹੇ ਸਨ। ਟਮਕ ਕੀ ਹੁੰਦਾ ਹੈ? ਢੋਲ ਨਗਾਰੇ, ਠੀਕ ਹੈ। ਸਾਹਿਬਾਂ ਨੂੰ ਜਿਹੜੇ ਮਾਈਏ ਲਾਉਂਦੇ ਹੁੰਦੇ ਨੇ, ਤੇਲ ਲਗਾਇਆ ਜਾ ਰਿਹਾ ਸੀ। ਅੰਦਰ ਉਸਦੇ ਨਾਨਕੇ ਬੈਠੇ ਸਨ ਤੇ ਬਾਹਰ ਸਾਰੇ ਕਿਤੇ ਜਿਹੜਾ ਹੈਗਾ ਉਹਨਾਂ ਦਾ ਮੇਲ ਗੇਲ ਆਇਆ ਹੋਇਆ ਸੀ ਵਿਆਹ ਦੇ ਵਿੱਚ, ਉਹ ਸਾਰੇ ਬੈਠੇ ਸਨ। ਉਸ ਥਾਲੀ ਦੇ ਵਿੱਚ ਵਟਣਾ ਪਾ ਕੇ ਰੱਖਿਆ ਹੋਇਆ ਸੀ ਤੇ ਅਤਰ ਫਲੇਲ ਹੁੰਦੇ ਨੇ ਖੁਸ਼ਬੂਦਾਰ ਤੇਲ ਜਾਂ ਸੈਂਟ ਜਾਂ ਪਰਫਿਊਮ, ਠੀਕ ਹੈ। ਜਿਹੜੇ ਅਤਰ ਫਲੇਲਾਂ ਦੇ ਕੁੱਪੇ ਭਰ ਭਰ ਕੇ ਰੱਖੇ ਗਏ ਸਨ। ਗਹਿਣੇ ਸਣੇ ਪਟਾਰੀਆਂ ਝਾਂਜਰ ਸਣੇ ਹਮੇਲ, ਜਿਹੜੇ ਗਹਿਣੇ ਉਸਨੇ ਪਹਿਨਣੇ ਸੀਗੇ ਉਹ ਪਟਾਰੀਆਂ ਦੇ ਵਿੱਚ ਪਾਏ ਹੋਏ ਸੀ, ਜਿਵੇਂ ਝਾਂਜਰ ਹੋ ਗਿਆ, ਹਮੇਲ, ਠੀਕ ਹੈ। ਹਮੇਲ ਜਿਹੜਾ ਹੈਗਾ ਗਲੇ ਦੇ ਵਿੱਚ ਪਹਿਨਿਆ ਜਾਣ ਵਾਲਾ ਇੱਕ ਗਹਿਣਾ ਹੈ ਜੋ ਔਰਤਾਂ ਪਹਿਨਦੀਆਂ ਹੁੰਦੀਆਂ ਸਨ। ਉਹ ਸਾਰੇ ਜਿਹੜੇ ਗਹਿਣੇ ਵਗੈਰਾ ਸੀਗੇ ਉੱਥੇ ਹੀ ਪਏ ਰਹਿ ਗਏ, ਕਿਉਂਕਿ ਸਾਹਿਬਾਂ ਜਿਹੜੀ ਸੀਗੀ ਉਹ ਆਪਣੇ ਘਰ ਤੋਂ ਭੱਜ ਗਈ ਸੀ। ਕੋਈ ਨਾ ਦੀਂਦਾ ਸੂਰਮਾ ਜਿਹੜਾ ਮੈਨੂੰ ਹੱਥ ਕਰੇ, ਕਟਕ ਪਿੜਾਦਿਆਂ ਟੱਕਰੀ ਜਿਹੜਾ ਮੈਥੋਂ ਰਾਠ ਡਰੇ। ਵੜ ਵੜ ਵੱਢਦਿਆਂ ਸੂਰਮੇ ਜੋ ਖੇਤੀ ਨੂੰ ਪੈਣ ਗੜੇ, ਸਿਰ ਸਿਆਲਾਂ ਦੇ ਵੱਢ ਕੇ ਸਿੱਟੂਗਾ ਵਿੱਚ ਰੜੇ। ਤੇ ਜਿਹੜਾ ਮਿਰਜ਼ਾ ਹੈ ਉਹ ਕੀ ਕਹਿ ਰਿਹਾ ਹੈ ਕਿ ਮੈਨੂੰ ਇਹੋ ਜਿਹਾ ਕੋਈ ਵੀ ਸੂਰਮਾ ਨਹੀਂ ਦਿਸ ਰਿਹਾ ਜਿਹੜਾ ਮੇਰਾ ਮੁਕਾਬਲਾ ਕਰੇ। ਕਟਕ ਹੁੰਦੀ ਹੈ ਫੌਜ। ਉਹ ਕਹਿੰਦਾ ਹੈ ਕਿ ਮੈਂ ਤਾਂ ਫੌਜ ਦਾ ਵੀ ਮੁਕਾਬਲਾ ਕਰ ਲਵਾਂਗਾ, ਮੈਥੋਂ ਤਾਂ ਵੱਡੇ ਵੱਡੇ ਰਾਠ ਜਾਂ ਰਾਜੇ ਵੀ ਡਰਦੇ ਨੇ। ਵੜ ਵੜ ਵੱਢਦਿਆਂ ਸੂਰਮੇ, ਮੈਂ ਸੂਰਮਿਆਂ ਦੇ ਜਿਹੜੇ ਸਿਰ ਹੈ ਉਹ ਇਸ ਤਰ੍ਹਾਂ ਵੱਢਾਂਗਾ ਜਿਵੇਂ ਖੇਤ ਦੇ ਵਿੱਚ ਗੜੇ ਪੈਂਦੇ ਨੇ। ਮੈਂ ਸਿਆਲਾਂ ਦੇ, ਸਿਆਲ ਜਿਹੜੇ ਹੈਗੇ ਨੇ ਉਹ ਸਾਹਿਬਾਂ ਦੇ ਜਿਹੜੇ ਖਾਨਦਾਨ ਦੇ ਬੰਦੇ ਆ, ਉਸਦੇ ਭਰਾ ਚਾਚੇ ਤਾਏ ਲਗਾ ਲਓ, ਉਹਨਾਂ ਦੇ ਜਿਹੜੇ ਸਿਰ ਵੱਢ ਕੇ ਮੈਂ ਰੜੇ ਮੈਦਾਨ ਦੇ ਵਿੱਚ ਸੁੱਟ ਦਿਆਂਗਾ। ਰੜੇ ਮੈਦਾਨ। ਮੰਦਾ ਕੀਤਾ ਸੁਣ ਸਾਹਿਬਾਂ, ਮੇਰਾ ਤਰਕਸ਼ ਟੰਗਿਆ ਜੰਡ। 300 ਕਾਨੀ ਮਿਰਜ਼ੇ ਜਵਾਨ ਦੀ, ਦਿੰਦਾ ਸਿਆਲਾਂ ਨੂੰ ਵੰਡ। ਪਹਿਲੋਂ ਮਾਰਦਾ ਵੀਰ ਸ਼ਮੀਰ ਦੇ, ਦੂਜੀ ਕੁੱਲੇ ਦੇ ਤੰਗ। ਤੀਜੀ ਮਾਰਾਂ ਜੋੜ ਕੇ ਜੈਂਦੀ ਹੈ ਤੂੰ ਮੰਗ। ਸਿਰ ਤੇ ਮੁੰਡਾਸਾ ਉੱਡ ਗਿਆ, ਗਲ ਵਿੱਚ ਪਈ ਝੰਡ। ਬਾਜ ਭਰਾਵਾਂ ਜੱਟ ਮਾਰਿਆ, ਕੋਈ ਨਾ ਮਿਰਜ਼ੇ ਦੇ ਸੰਗ। ਜਦੋਂ ਜਿਹੜਾ ਹੈਗਾ ਮਿਰਜ਼ਾ ਹੈ ਸੌਂ ਜਾਂਦਾ ਹੈ ਤਾਂ ਉਧਰੋਂ ਜਿਹੜੇ ਸਾਹਿਬਾਂ ਦੇ ਭਰਾ ਨੇ ਉਹ ਉਹਨਾਂ ਨੂੰ ਫੜਨ ਦੇ ਲਈ ਆ ਜਾਂਦੇ ਆ। ਤਾਂ ਸਾਹਿਬਾਂ ਜਿਹੜੀ ਹੈਗੀ ਹੈ ਡਰ ਦੇ ਮਾਰੇ ਜਿਹੜੇ ਮਿਰਜ਼ੇ ਦੇ ਤੀਰ ਨੇ, ਠੀਕ ਹੈ, ਤੀਰ ਉਹਦੇ ਇੱਕ ਭੱਥੇ ਦੇ ਵਿੱਚ ਪਾਏ ਹੁੰਦੇ ਆ, ਉਹਨਾਂ ਨੂੰ ਜੰਡ ਦੇ ਉੱਪਰ ਟੰਗ ਦਿੰਦੀ ਹੈ, ਜਿਸ ਕਾਰਨ ਜਿਹੜਾ ਮਿਰਜ਼ਾ ਹੈਗਾ ਉਹ ਨਿਹੱਥਾ ਹੀ ਰਹਿ ਜਾਂਦਾ ਹੈ ਤੇ ਉਹ ਉਸਦੇ ਵੀਰਾਂ ਦਾ ਮੁਕਾਬਲਾ ਕਰਨ ਤੋਂ ਅਸਮਰੱਥ ਹੁੰਦਾ ਹੈ, ਠੀਕ ਹੈ। ਤਾਂ ਉਹ ਕੀ ਕਹਿ ਰਿਹਾ ਹੈ, ਮਿਰਜ਼ਾ ਕੀ ਕਹਿੰਦਾ ਕਿ ਸਾਹਿਬਾਂ ਤੂੰ ਮੇਰੇ ਨਾਲ ਬਹੁਤ ਬੁਰਾ ਕੀਤਾ। ਮੇਰਾ ਜਿਹੜਾ ਤਰਕਸ਼ ਸੀਗਾ ਤੀਰਾਂ ਨਾਲ ਭਰਿਆ ਹੋਇਆ, ਜਿਹਦੇ ਵਿੱਚ ਕਿ 300 ਤੀਰ ਸੀ, 300 ਕਾਨੀ ਦਾ ਅਰਥ ਹੈ 300 ਤੀਰ, ਜਿਹਦੇ ਵਿੱਚ 300 ਤੀਰ ਸੀਗੇ, ਉਹਨਾਂ ਨੂੰ ਤੂੰ ਜੰਡ ਦੇ ਉੱਪਰ ਟੰਗ ਦਿੱਤਾ। ਤਰਕਸ਼ ਹੁੰਦਾ ਹੈਗਾ ਪੱਥਾ ਜਿਸ ਦੇ ਉੱਪਰ ਤੀਰ, ਜਿਸ ਦੇ ਵਿੱਚ ਤੀਰ ਰੱਖੇ ਜਾਂਦੇ ਆ। ਇੱਕ ਇਸ ਤਰ੍ਹਾਂ ਦੀ ਸ਼ਕਲ ਦਾ ਜਿਹੜਾ ਹੈਗਾ ਇੱਕ ਪੱਥਾ ਹੁੰਦਾ ਹੈ, ਠੀਕ ਹੈ ਬੱਚੋ, ਉਹਦੇ ਵਿੱਚ ਤੀਰ ਰੱਖੇ ਜਾਂਦੇ ਨੇ। ਇਸ ਤਰ੍ਹਾਂ ਤੀਰ ਉਹਦੇ ਵਿੱਚ ਸਟੋਰ ਕੀਤੇ ਜਾਂਦੇ ਆ, ਇਸ ਤਰ੍ਹਾਂ ਕਿੰਨੇ ਮਰਜ਼ੀ ਜਿਹੜੇ ਹੈਗੇ ਉਹਦੇ ਵਿੱਚ ਤੀਰ ਪਾ ਲਵੋ, ਇਹ ਪੱਥਾ ਹੁੰਦਾ, ਠੀਕ ਹੈ। ਉਸਨੂੰ ਤਰਕਸ਼ ਵੀ ਕਹਿ ਦਿੰਦੇ ਆ। ਉਹ ਕਹਿੰਦਾ ਕਿ ਜੇ ਤੂੰ ਇਸ ਤਰ੍ਹਾਂ ਨਾ ਕਰਦੀ ਤਾਂ ਮੈਂ ਜਿਹੜਾ ਸੀਗਾ ਸਿਆਲਾਂ ਦਾ ਮੁਕਾਬਲਾ ਬਹੁਤ ਹੀ ਬਹਾਦਰੀ ਨਾਲ ਕਰਨਾ ਸੀ। ਪਹਿਲਾ ਤੀਰ ਜਿਹੜਾ ਸੀਗਾ ਮੈਂ ਤੇਰੇ ਵੀਰ ਸ਼ਮੀਰ ਦੇ ਮਾਰਨਾ ਸੀ। ਦੂਜਾ ਤੀਰ ਜਿਹੜਾ ਸੀਗਾ ਉਹ ਕੁੱਲੇ ਦੇ ਤੰਗ ਦਾ ਅਰਥ ਹੈ ਬੱਚੋ ਜਿਹੜਾ ਕਲਗੀ ਵਾਲਾ ਘੋੜਾ ਸੀ ਨਾ, ਉਹਦੇ ਉੱਪਰ ਜਿਹੜੇ ਵਿਅਕਤੀ ਦੇ ਨਾਲ ਸਾਹਿਬਾਂ ਮੰਗੀ ਹੋਈ ਸੀ ਉਹ ਵਿਅਕਤੀ ਸਵਾਰ ਸੀ। ਤਾਂ ਉਹ ਕਹਿੰਦਾ ਕਿ ਮੈਂ ਉਸ ਘੋੜੇ ਨੂੰ ਹੀ ਪਾਰ ਬੁਲਾ ਦੇਣਾ ਸੀ ਜਿਸ ਦੇ ਉੱਪਰ ਤੇਰਾ ਮੰਗੇਤਰ ਸੀ, ਜਿਹੜਾ ਉਹ ਸਵਾਰ ਸੀ। ਤੀਜੀ ਮਾਰਾਂ ਜੋੜ ਕੇ ਜੈਂਦੀ ਹੈ ਤੂੰ ਮੰਗ, ਤੀਜਾ ਤੀਰ ਮੈਂ ਉਸ ਬੰਦੇ ਦੇ ਮਾਰਨਾ ਸੀ ਜਿਹਦੇ ਨਾਲ ਤੂੰ ਮੰਗੀ ਹੋਈ ਹੈ। ਸਿਰ ਤੇ ਮੁੰਡਾਸਾ ਉੱਡ ਗਿਆ, ਗਲ ਵਿੱਚ ਪਈ ਝੰਡ। ਜਦੋਂ ਉਹਨੇ ਹੱਥਾਂ ਉਹਨਾਂ ਦਾ ਮੁਕਾਬਲਾ ਕਰ ਰਿਹਾ ਸੀ ਤਾਂ ਉਹਦੇ ਸਿਰ ਤੇ ਬੰਨਿਆ ਹੋਇਆ ਜਿਹੜਾ ਕੱਪੜਾ ਸੀ, ਠੀਕ ਹੈ, ਮੁੰਡਾਸਾ ਜਿਹੜਾ ਉਹਦੇ ਸਿਰ ਦੇ ਉੱਪਰ ਪਰਨਾ ਬੰਨਿਆ ਹੋਇਆ ਸੀ ਜਾਂ ਜੋ ਵੀ ਕੱਪੜਾ ਜਾਂ ਪੱਗ ਦੇ ਰੂਪ ਦੇ ਵਿੱਚ ਜੋ ਵੀ ਸੀਗਾ ਉਹ ਉੱਡ ਗਿਆ। ਤੇ ਜਿਹੜੇ ਝੰਡ ਹੁੰਦੇ ਨੇ ਬੱਚੋ ਵਾਲ, ਠੀਕ ਹੈ, ਜਿਹੜੇ ਉਹਦੇ ਸਿਰ ਦੇ ਵਾਲ ਸੀਗੇ ਉਹ ਖਿੱਲਰ ਕੇ ਉਸਦੇ ਗਲ ਵਿੱਚ ਪੈ ਗਏ ਅਤੇ ਉਹ ਆਪਣੇ ਭਰਾਵਾਂ ਦੀ ਅਣਹੋਂਦ ਦੇ ਵਿੱਚ ਜਿਹੜਾ ਮਿਰਜ਼ਾ ਸੀਗਾ ਉਹ ਮਾਰਿਆ ਗਿਆ। ਪੀਲੂ ਪੁੱਛੇ ਸ਼ਾਇਰ ਨੂੰ, ਕੈਵਲ ਗਿਆ ਜਹਾਨ, ਲੱਗ ਲੱਗ ਗਈਆਂ ਮਜਲਸਾਂ, ਬਹਿ ਬਹਿ ਗਏ ਦੀਵਾਨ। ਮਿਰਜ਼ਾ ਮਾਰਿਆ ਮਲਕੁਲ ਮੌਤ ਦਾ, ਕੁਛ ਮਾਰਿਆ ਖੁਦੀ ਗੁਮਾਨ, ਵਿੱਚ ਕਬਰਾਂ ਦੇ ਖੱਪ ਗਿਆ ਮਿਰਜ਼ਾ ਸੋਹਣਾ ਜਵਾਨ। ਇਹ ਕਿੱਸਾ ਜੋੜਿਆ ਪੀਲੂ ਸ਼ਾਇਰ ਨੇ, ਜਿਹਨੂੰ ਜਾਣੇ ਕੁੱਲ ਜਹਾਨ। ਪੀਲੂ ਜਿਹੜਾ ਹੈਗਾ ਪੀਲੂ ਪੁੱਛੇ ਸ਼ਾਇਰ ਨੂੰ, ਕੈਵਲ ਗਿਆ ਜਹਾਨ। ਜਿਹੜਾ ਪੀਲੂ ਹੈ,
ਪੀਲੂ ਸ਼ਾਇਰ ਨੂੰ ਪੁੱਛ ਰਹੇ ਨੇ ਵੀ ਜਿਹੜਾ ਜਹਾਨ ਹੈ ਉਹਦੇ ਉੱਪਰ ਕਿੰਨੇ ਹੀ ਵਿਅਕਤੀ ਜਨਮ ਲੈਂਦੇ ਆ, ਕਿੰਨੇ ਮਰ ਜਾਂਦੇ ਨੇ, ਕਿੰਨੀਆਂ ਹੀ ਜਿਹੜੀਆਂ ਮਹਿਫਲਾਂ ਨੇ ਉਹ ਅਲੱਗ-ਅਲੱਗ ਚਲੀਆਂ ਗਈਆਂ, ਦੀਵਾਨ ਹੈ ਜਿਹੜੇ ਉਹ ਸੱਜ-ਸੱਜ ਕੇ ਚਲੇ ਗਏ ਨੇ, ਪਰੰਤੂ ਜਿਹੜਾ ਮਿਰਜ਼ਾ ਸੀਗਾ ਉਸਨੂੰ ਜਿਹੜਾ ਮੌਤ ਦਾ ਫਰਿਸ਼ਤਾ ਸੀ, ਮਲਕੁਲ ਮੌਤ ਹੁੰਦਾ ਬੱਚੋ, ਮੌਤ ਦਾ ਫਰਿਸ਼ਤਾ, ਠੀਕ ਹੈ, ਉਸਨੂੰ ਜਿਹੜਾ ਮੌਤ ਦਾ ਫਰਿਸ਼ਤਾ ਸੀ ਉਹ ਲੈ ਗਿਆ। ਮਿਰਜ਼ਾ ਕਿਸ ਚੀਜ਼ ਦੀ ਵਜ੍ਹਾ ਨਾਲ ਮਰਿਆ ਸੀ? ਕਿਉਂਕਿ ਉਸਨੂੰ ਆਪਣੀ ਤਾਕਤ ਦੇ ਬਹੁਤ ਜ਼ਿਆਦਾ ਗੁਮਾਨ ਸੀ, ਉਸਨੂੰ ਆਪਣੀ ਤਾਕਤ ਦਾ ਬਹੁਤ ਹੰਕਾਰ ਸੀ। ਇਸ ਕਰਕੇ ਜਿਹੜਾ ਮਿਰਜ਼ਾ ਸੋਹਣਾ ਜਵਾਨ ਸੀ, ਹੰਕਾਰ ਦੀ ਵਜ੍ਹਾ ਨਾਲ ਕਬਰਾਂ ਦੇ ਵਿੱਚ ਖੱਪ ਗਿਆ। ਇਹ ਕਿੱਸਾ ਜਿਹੜਾ ਪੀਲੂ ਸ਼ਾਇਰ ਨੇ ਜੋੜਿਆ, ਜਿਸ ਨੂੰ ਸਾਰਾ ਜਹਾਨ ਜਾਣਦਾ ਹੈ ਅਤੇ ਬਹੁਤ ਪ੍ਰਸੰਨਤਾ ਨਾਲ ਇਸ ਨੂੰ ਪੜ੍ਹਦਾ ਹੈ। ਠੀਕ ਹੈ ਬੱਚੋ, ਇਹ ਤਾਂ ਸੀਗਾ ਮਿਰਜ਼ਾ ਸਾਹਿਬਾਂ ਦਾ ਜਿਹੜਾ ਕਿੱਸਾ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਇਹਦੇ ਵਿੱਚੋਂ ਤੁਹਾਨੂੰ ਜਿਹੜੇ ਕੁਐਸਚਨ ਆਉਣਗੇ, ਕੇਂਦਰੀ ਭਾਵ ਇਹਦਾ ਇਸ ਤਰ੍ਹਾਂ ਹੈ, ਮਿਰਜ਼ਾ ਸਾਹਿਬਾਂ ਦਾ ਪਿਆਰ ਉਹਨਾਂ ਦੀ ਮਸੀਤ ਦੇ ਵਿੱਚ ਪੜ੍ਹਦਿਆਂ ਹੀ ਪੈ ਗਿਆ ਸੀ। ਜਦੋਂ ਸਾਹਿਬਾਂ ਦਾ ਵਿਆਹ ਧਰਿਆ ਗਿਆ ਤਾਂ ਮਿਰਜ਼ਾ ਆਪਣੀ ਮਾਂ ਦੇ ਰੋਕਣ ਦੇ ਬਾਵਜੂਦ ਵੀ ਉਸਨੂੰ ਉਧਾਲ ਕੇ ਲੈ ਗਿਆ, ਪਰ ਰਾਹ ਵਿੱਚ ਆਪਣੇ ਹੰਕਾਰ ਤੇ ਸਾਹਿਬਾਂ ਦੇ ਧੋਖੇ ਦੇ ਕਾਰਨ ਮਾਰਿਆ ਗਿਆ। ਉਹ ਆਪਣੇ ਭਰਾਵਾਂ ਦੀ ਅਣਹੋਂਦ ਦੇ ਕਾਰਨ ਸਿਆਲਾਂ ਹੱਥੋਂ ਮਾਰਿਆ ਗਿਆ ਸੀ। ਠੀਕ ਹੈ ਬੱਚੋ, ਤੁਸੀਂ ਇਸ ਨੂੰ ਅੱਛੀ ਤਰ੍ਹਾਂ ਯਾਦ ਕਰ ਲੈਣਾ। ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਗੁੱਡ ਬਾਏ।